वालेकुम अस्सलाम। रासिब अली भाई की हाल है तुहाडा? ठीक हो जी? अल्लाह का शुक्र है। साहब आप सुनाओ, ठीक हो? रासिब भाई सानू ਇਹ ਦੱਸੋ, ਅਸੀਂ ਤੇ ਪ੍ਰੋਗਰਾਮ ਕਰ ਕਰਕੇ ਥੱਕ ਗਏ ਹਾਂ, ਕੋਈ ਮੂਵਮੈਂਟ ਹੋਈ ਹੈ ਕਿ ਨਹੀਂ ਹੋਈ? जी नहीं, कौन चाहिए तो वही 00 जी। ਕੋਈ ਰੇਡ ਰੂਡ ਨਹੀਂ ਕਿਸੇ ਵੱਲ ਹੋਇਆ? ਕੋਈ ਮੁਲਜ਼ਮ ਨਹੀਂ ਹੁਣ ਤੱਕ ਫੜਿਆ ਗਿਆ? ਕੋਈ ਰੇਡ ਸ਼ੇਡ ਦਾ ਤੁਹਾਨੂੰ ਇਤਲਾਹ ਨਹੀਂ ਮਿਲ ਰਹੀ? नहीं आइए पाक कौन चाहिए बिल्कुल। ਤੁਸੀਂ ਮੈਨੂੰ ਇਹ ਦੱਸੋ ਰਾਸਿਬ ਭਾਈ, ਤੁਹਾਡੇ ਕਿੰਨੇ ਭਾਈ ਅਖਤਰ ਗੁੱਜਰ ਦੇ ਹੱਥੋਂ ਕਤਲ ਹੋਏ ਨੇ? मेरे 3 सक्के भाई कतल हुए ने अख्तर। ਉਹਨਾਂ ਦੇ ਕੀ ਨਾਮ ਸਨ ਜਿਹੜੇ ਕਤਲ ਹੋਏ ਨੇ? एक दा नाम आसफ, ਆਸਫ, एक दा नाम रुखसार रुखसार, ते अफजाल। अफजाल। अगे लगे जाओ, अगे जरा ना मेरी सक्की फुफी दा पुत्र हाजी फजल हुसैन नारे मेरा बनवाइए ਅੱਛਾ, ਤੁਹਾਡੇ ਬਹਿਨੋਈ ਵੀ ਸਨ ਤੇ ਫੁੱਫੀ ਦੇ ਬੇਟੇ ਵੀ ਸਨ, ਫਜ਼ਲ ਹੁਸੈਨ ਸਾਹਿਬ। जी। ਹੋਰ जमीर जेड़ा मेरे सक्के मामू दा बेटा सी, ਜ਼ਮੀਰ ਵੀ ਕਤਲ ਹੋਇਆ, ਤੁਹਾਡੇ ਮਾਮੂ ਦਾ ਬੇਟਾ ਸੀ। ਹੋਰ उसके अगे भांजा मेरा मुबशर ਭਾਂਜਾ, ਸਗਾ ਭਾਂਜਾ। जी। अच्छा। भांजा हो। ਤੇ ਤੁਸੀਂ ਮੈਨੂੰ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ? ਕੀ ਤੁਹਾਡਾ ਰੱਦ ਅਮਲ ਹੈ? सब मैं तो यही कहना चाहना वाला अफसरान दे के बार बार डील कर रहे हैं, बार बार डील कर रहे हैं। मेरा हाल 1 साल तो मैं देखी डील कर रहे हैं। डॉक्टर मरियम नवाज साहब आए कि इसका नोटिस लिया जाए, इन्होंने जालमा जो ना फड़िया जाए या कैसे किरदार तक पहुँचाया जाए। और मैं शर्तिया गल कह सकना कि अगर इसका नोटिस लिया जाए ना, सीसीडी में केस दिता जाए, 24 घंटे के अंदर अंदर मुजरम फड़ी जाने। इतना ताकतवर मुजरम नहीं है। ठीक है। सिर्फ जरा नहीं ये इतने अगे पिछे पै रहा कि बरूने मुल्क चला गया जाके नस गया, तीसरी बैठ के इतों आ सकता दुबई तो ये नहीं खरीद सकता इतना। ਤੇ ਮੇਰੀ ਗੱਲ ਸੁਣੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਰੀਮ ਨਵਾਜ਼ ਸਾਹਿਬਾ ਨੂੰ? ਖੁੱਲ ਕੇ ਕਹੋ। मैं तो ये कहना चाहना कि साडा जो ना नोटिस सीसीडी में दिता जाए। अल्लाह अफसर ने तेल जफर चक्का साहब जी जी, मेरा ख्याल है वो इस पर एक्शन लैन तो 24 घंटे बाद सारा ग्रुप खरीद जाता। ਠੀਕ ਹੋ ਗਿਆ। ਹੋਰ ਇਸ ਤੋਂ ਇਲਾਵਾ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ? जी मैं एक ਤੁਹਾਡੇ ਤੇ ਜਿਹੜਾ ਨਾ ਤੁਹਾਡੇ ਕੇ ਗੱਲ ਕਰਨਾ ਚਾਹਨਾ ਵਾ। ਤੁਸੀਂ ਇਹ ਗੱਲ ਕੀਤੀ ਹੈ ਕਿ ਮੈਂ ਇਸ ਗੱਲ ਦਾ ਹਲਫ ਦੇਣਾ। ਦੇਖੋ ਤੁਸੀਂ ਤੇ ਠੀਕ ਹੈ, ਹਮਦਰਦੀ ਕੀਤੀ ਹੈ, ਤੁਹਾਡੀਆਂ ਹਮਦਰਦੀਆਂ ਨੇ ਹਰ ਬੰਦੇ ਦੇ ਨਾਲ ਤੁਸੀਂ ਹਮਦਰਦੀ ਕੀਤੀ ਹੈ, ਲੇਕਿਨ ਇਸ ਤਰ੍ਹਾਂ ਜਿਹੜਾ ਨਾ ਜ਼ਾਲਮ ਹੈ। ਇੱਕ ਇਨਸਾਨ ਨੂੰ ਕਤਲ ਕਰਨਾ ਪੂਰੀ ਇਨਸਾਨੀਅਤ ਦਾ ਕਤਲ ਕਰਨਾ ਹੈ, ਇੱਕ ਬਰਾਬਰ ਹੈ। ਉਸਨੇ 9 ਬੰਦੇ ਕਤਲ ਕਰ ਦਿੱਤੇ ਨੇ, ਠੀਕ ਹੈ। ਬੇਗੁਨਾਹ ਕਤਲ ਕੀਤੇ ਨੇ। 9 ਬੰਦੇ ਤੁਹਾਡੇ ਖਾਨਦਾਨ ਦੇ ਹੀ ਕਤਲ ਹੋਏ ਨੇ? ਜੀ ਸਾਡੇ ਹੀ ਖਾਨਦਾਨ ਦੇ 9 ਬੰਦੇ ਕਤਲ ਹੋਏ। ਅੱਛਾ। ਤੇ ਰਾਸਿਬ ਭਾਈ ਵੈਸੇ ਮੈਨੂੰ ਇੱਕ ਗੱਲ ਤੇ ਦੱਸੋ, ਮੈਨੂੰ ਗੱਲ ਕਰਨੀ ਨਹੀਂ ਚਾਹੀਦੀ, ਇੱਕ ਆਪਸ ਦੀ ਗੱਲ ਹੈ, ਕਿੰਨੀ ਦੇਰ ਤੱਕ ਦੁਸ਼ਮਣੀ ਚਲਾਉਂਦੀ ਰਹੋਗੇ? ਇਹਦੇ 'ਚ ਕੋਈ ਤੁਸੀਂ ਅਗਰ ਯਾਨੀ ਕਿ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ, ਮਾਜ਼ਰਤ ਚਾਹਨਾ, ਲੇਕਿਨ ਮੈਂ ਚੂੰਕਿ ਮੈਂ ਇੱਕ ਲੋਕਾਂ ਦੇ ਅੱਗੇ ਹਰ ਕਿਸਮ ਦਾ ਮੌਕਫ ਰੱਖਣਾ ਹੁੰਦਾ ਹੈ, ਇਸ ਗੱਲੋਂ ਮੇਰਾ ਕੰਮ ਬਣਦਾ ਕਿ ਮੈਂ ਤੁਹਾਨੂੰ ਉਹ ਵੀ ਸਵਾਲ ਕਰਾਂ ਜਿਹੜੇ ਸ਼ੀਰੀ ਹੋਣ, ਉਹ ਵੀ ਸਵਾਲ ਕਰਾਂ ਜਿਹੜੇ ਥੋੜ੍ਹੇ ਤਲਖ ਹੋਣ। ਇਸ ਮਾਮਲੇ ਨੂੰ ਕਿੰਨੀ ਕੁ ਦੇਰ ਤੱਕ ਚਲਾਉਂਦੇ ਰਹੋਗੇ? ਇਸ ਤਰ੍ਹਾਂ ਤੁਹਾਡੀਆਂ ਨਸਲਾਂ ਦੀਆਂ ਨਸਲਾਂ ਇਸ ਚੱਕਰ 'ਚ ਖੁੱਭਦੀਆਂ ਜਾਣਗੀਆਂ। ਇਹਦਾ ਤੁਸੀਂ ਕਿਉਂ ਕੋਈ ਐਸਾ ਹੱਲ ਨਹੀਂ ਕੱਢਦੇ ਪਏ ਕਿ ਇਹ ਮਾਮਲਾ ਅੱਗੋਂ ਤੁਹਾਡੀ ਉਹ ਨੌਜਵਾਨ ਨਸਲ ਜਿਹੜੀ ਹੈ, ਜਿਹੜੇ ਤੁਹਾਡੇ ਬੱਚੇ ਨੇ, ਭਤੀਜੇ ਭਾਂਜੇ, ਉਹਦੇ ਵੀ ਜਿਹੜਾ ਕੋਈ ਖਾਨਦਾਨ ਦੇ ਅਹਲੇ ਖਾਨਦਾਨ ਨੇ, ਤੇ ਉਹਨਾਂ 'ਤੇ ਜਿਹੜਾ ਨਾ ਕੋਈ ਮਾਮਲਾ ਸੌਲਟ ਆਊਟ ਵਾਲੇ ਪਾਸੇ ਆਣ, ਇਹਦੇ ਬਾਰੇ ਤੁਸੀਂ ਕਿਉਂ ਨਹੀਂ ਸੋਚਦੇ ਹੋ? ਸ਼ੇਖ ਸਾਹਿਬ ਮੈਂ ਤੁਹਾਡੇ ਤੇ ਸਵਾਲ ਕਰਨਾ, ਅਗਰ ਤੁਹਾਡੇ 9 ਬੰਦੇ ਕਤਲ ਹੋਏ ਨੇ ਤੇ ਤੁਸੀਂ ਕੀ ਰਾਇ ਦੇਵੋਗੇ, ਕੀ ਕਰੋਗੇ? ਤੁਹਾਡੀ ਗੱਲ ਤੇ ਕਹਿ ਰਿਹਾ ਨਾ ਕਿ ਤੁਸੀਂ ਅਪੀਲ ਕਰ ਰਿਹਾ ਨਾ, ਤੁਸੀਂ ਇਹ ਸਵਾਲ ਐਡਾ ਮੁਸ਼ਕਿਲ ਕਰਨਾ, ਤੁਸੀਂ ਇਹ ਸਵਾਲ ਹੀ ਐਡਾ ਮੁਸ਼ਕਿਲ ਕਰਦੇ ਤਾਂ ਮੈਂ ਜਵਾਬ ਤੁਹਾਨੂੰ ਕੀ ਦਿਆਂ? ਗੱਲ ਤਾਂ ਤੁਹਾਡੀ ਮੇਰੀ ਸਮਝ 'ਚ ਆ ਰਹੀ ਹੈ ਕਿ ਤੁਸੀਂ ਗੱਲ ਸਹੀ ਕਰਦੇ ਪਏ ਹੋ। ਇਹਦੇ 'ਚ ਹੈਗਾ ਵੈਸੇ ਹਕੀਕਤ ਜਿਹੜੀ ਨਾ ਅਸੂਲ ਜਿਹੜਾ ਨਾ ਕਹਿ ਸਕਦਾ ਕਿ ਇਸ ਨੂੰ ਮਾਮਲੇ ਨੂੰ ਖਤਮ ਕਰ ਦਿਓ ਯਾਰ। ਵੇਖੋ ਇੱਕ ਬੰਦੇ ਦਾ ਪੂਰਾ ਖਾਨਦਾਨ ਉਜੜ ਗਿਆ ਹੈ, ਉਹਨੂੰ ਨਹੀਂ ਰਿਲੀਫ ਲੱਭਦਾ ਪਿਆ ਕਿ ਜ਼ਿਲ੍ਹੇ ਦਾ ਕੋਈ ਇਨਸਾਫ ਨਹੀਂ ਮਿਲਦਾ ਪਿਆ। ਇਹਦੇ ਲਈ ਉਸ ਬੰਦੇ ਨੂੰ ਵੀ ਚਾਹੀਦਾ ਨਾ ਕਮ ਅਜ਼ ਕਮ ਉਹ ਸੋਚੇ ਕਿ ਮੈਂ ਐਡੇ ਵੱਡੇ ਨੁਕਸਾਨ ਕਰ ਬੈਠਾ, ਖੁਦ ਨੂੰ ਸਰੈਂਡਰ ਕਰੇ, ਆ ਕੇ ਪੇਸ਼ ਹੋ ਜਾਵੇ ਤੇ ਮੇਰਾ ਮਤਲਬ ਜੇਲ੍ਹ ਜਾਵੇ। ਚਲੋ ਤੁਹਾਡੇ ਵੀ ਜ਼ਖਮ ਥੋੜ੍ਹੇ ਨਰਮ ਹੋਣਗੇ, ਤੁਹਾਡੇ ਵੀ ਜ਼ਖਮ ਖੁਸ਼ਕ ਹੋਣ ਦੀ ਕੋਸ਼ਿਸ਼ ਤੁਸੀਂ ਕਰੋਗੇ। ਇਸ ਤਰ੍ਹਾਂ ਦੇ ਵੈਸੇ ਜ਼ਿਆਦਤੀ ਹੈ ਕਿ ਇੱਕ ਬੰਦਾ ਪੇਸ਼ ਵੀ ਨਾ ਹੋਵੇ ਤੇ ਮੇਰਾ ਮਤਲਬ ਪ੍ਰੈਸ਼ਰ ਪਾਈ ਜਾਵੇ। ਇਹ ਗੱਲ ਮੇਰੀ ਸਮਝ ਆਉਂਦੀ ਤੁਹਾਡੀ? ਜੀ ਜੀ, ਜਿਸ ਤਰ੍ਹਾਂ ਸਬਰਦਾਸ ਨੇ ਆਖਿਆ ਵਾ ਗੱਲ ਹੈ। ਮੈਂ ਤੇ ਕਹਿੰਦਾ ਵਾ ਉਹਦਾ ਚਾਚਾ ਆਵੇ ਨਾ, ਆ ਕੇ ਆਪਣੇ ਆਪ ਨੂੰ ਸਿਲੰਡਰ ਕਰੇ। ਇਹ ਗੱਲ ਤੁਹਾਡੀ ਮੇਰੀ ਸਮਝ 'ਚ ਆਉਂਦੀ ਕਿ ਉਹਦਾ ਕੰਮ ਹੈ, ਬਣਦਾ ਕਿ ਉਹ ਆਪਣੀ ਗਲਤੀ ਦਾ ਇਤਰਾਫ ਕਰੇ ਔਰ ਉਹਦੇ ਬਾਅਦ ਜਿਹੜਾ ਪੇਸ਼ ਹੋਵੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰੇ ਤੇ ਉਸ ਤੋਂ ਬਾਅਦ ਚਲੋ ਬੰਦਾ
ਕੋਈ ਬੰਦਾ ਕੋਸ਼ਿਸ਼ ਕਰਦਾ ਕਿ ਯਾਰ ਚਲੋ ਮੈਂ ਹੀ ਮੇਰਾ ਮਤਲਬ ਭਾਵੇਂ ਮੈਂ ਤੁਹਾਡਾ ਮੇਰੀ ਮੁਲਾਕਾਤ ਕਦੀ ਹੋਈ, ਲੇਕਿਨ ਮੈਂ ਵੀ ਕਹਿ ਸਕਦਾ ਕਿ ਯਾਰ ਚਲੋ ਇੱਕ ਬੰਦਾ ਜੇਲ੍ਹ ਚਲਾ ਗਿਆ ਤੇ ਮਾਮਲਾ ਇਹ ਵੈਸੇ ਜ਼ਿਆਦਤੀ ਹੈ ਕਿ ਇੱਕ ਬੰਦਾ ਪੇਸ਼ ਵੀ ਨਹੀਂ ਹੋ ਰਿਹਾ, ਪੁਲਿਸ ਉਹਨੂੰ ਫੜਦੀ ਵੀ ਨਹੀਂ ਪਈ। ਹਾਲਾਂਕਿ ਪੁਲਿਸ ਨੂੰ ਚਾਹੀਦਾ ਇੱਕ ਵਾਰੀ ਉਹਨੂੰ ਗ੍ਰਿਫਤਾਰ ਤੇ ਕਰ। ਮਤਲਬ ਕਿ ਪਿਛਾਤ ਰਿਹਾ ਅੱਗੋਂ ਵੀ ਬਰੂਨੇ ਮੁਲਕ ਤੇ ਜਿਹੜਾ ਨਾ ਮੁਖਤਲਿਫ ਨੰਬਰਾਂ ਦੇ ਉੱਤੇ ਧਮਕੀਆਂ ਦਵਾ ਰਿਹਾ, ਮੈਂ ਉਹ ਕਰ ਦੇਣਾ, ਮੈਂ ਉਹ ਕਰ ਦੇਣਾ, ਹੁਣ ਜਿਹੜਾ ਮੈਨੂੰ ਲੱਭ ਗਿਆ ਮੈਂ ਇੰਝ ਕਰ ਦੇਣਾ, ਇੰਝ ਕਰ ਦੇਣਾ, ਇਸ ਤਰ੍ਹਾਂ ਜਿਹੜਾ ਨਾ ਉਹ ਸਾਡੇ ਪ੍ਰੋਗਰਾਮਾਂ ਤੋਂ ਬਾਅਦ ਵੀ ਤੁਹਾਨੂੰ ਧਮਕੀਆਂ ਆ ਰਹੀਆਂ ਨੇ? ਜੀ ਕਿਉਂ ਨਹੀਂ। ਕੀ ਕਹਿੰਦੇ ਨੇ ਬੰਦੇ ਤੁਹਾਨੂੰ? ਇਹ ਮੁਖਤਲਿਫ ਹੈ ਜਿਹੜੀਆਂ ਉਹਦੀ ਕੁਆਲਿਟੀਆਂ ਹਨ ਅੱਗੇ। ਸਹੀ ਹੈ। ਤੇ ਇਸ ਕੇਸ ਤੋਂ ਇਸ਼ਤਿਹਾਰੀ ਤੁਹਾਨੂੰ ਬਾਰ-ਬਾਰ ਇਹ ਗੱਲ ਆਖੀ ਹੈ, ਦੁਬਾਰਾ ਫਿਰ ਗੱਲ ਦੁਹਰਾਨਾ ਕਿ ਤੁਸੀਂ ਜਿਹੜੀ ਹੈ ਨਾ ਇਹ ਗੱਲ ਜਿਹੜੀ ਹੈ ਨਾ ਕੋਈ ਸਭ ਤੁਸੀਂ ਕੀਤੀ ਹੈ ਨਾ, ਚਲੋ ਠੀਕ ਹੈ, ਤੁਹਾਡੀ ਅੰਦਰਦੀ ਜ਼ਰੂਰ ਹੋਣੀ ਚਾਹੀਦੀ ਹਰ ਬੰਦੇ ਇਨਸਾਨ ਨਾਲ। ਜੀ ਲੇਕਿਨ ਜਿਹੜਾ ਨਾ ਤੁਸੀਂ ਹਾਲਤ ਵਾਲੀ ਗੱਲ ਕੀਤੀ ਹੈ ਨਾ, ਇਹ ਮੇਰਾ ਖਿਆਲ ਹੈ ਨਹੀਂ ਮੁਨਾਸਿਬ। ਨਹੀਂ, ਮੈਂ ਤੁਹਾਨੂੰ ਦੱਸਣਾ ਰਾਸਬ ਭਾਈ ਮੈਂ ਤੁਹਾਨੂੰ ਦੱਸਣਾ, ਮੈਨੂੰ ਬੜੀਆਂ ਜ਼ਿਆਦਾ ਕਾਲਸ ਆਉਂਦੀਆਂ ਨੇ, ਡੀਂਗੇ ਤੋਂ ਵੀ ਆਉਂਦੀਆਂ, ਲੋਕ ਨਾ ਡਰਦੇ ਆ ਤੁਹਾਡੇ ਕੋਲੋਂ ਜਾਂ ਦੁਸ਼ਮਣੀ ਦੇ ਡਰ ਤੋਂ ਨਾ ਲੋਕੀ ਨਾਮ ਨਹੀਂ ਲੈਂਦੇ, ਲੋਕ ਕਹਿੰਦੇ ਯਾਰ ਸਾਡਾ ਨਾਮ ਨਾ ਵਿੱਚ ਆਵੇ, ਤੇ ਉਹ ਫਿਰ ਲੋਕੀ ਤੁਹਾਡੇ ਬਾਰੇ ਵੀ ਕੋਈ ਜ਼ਾਹਿਰ ਮੁਖਾਲਫਤ ਵੀ ਹੁੰਦੀ ਹੈ, ਤੁਹਾਡੇ ਹੱਕ 'ਚ ਵੀ ਬਹੁਤ ਜ਼ਿਆਦਾ ਦੁਨੀਆ ਬੋਲਦੀ। ਇਸ ਤਰ੍ਹਾਂ ਹੀ ਨਾ ਉਹਦੇ ਹੱਕ 'ਚ ਵੀ ਜਿਹੜਾ ਕਾਫੀ ਮੈਸੇਜ ਆਉਂਦੇ ਨੇ, ਲੋਕ ਕਹਿੰਦੇ ਨੇ ਉਹਦੇ ਨਾਲ ਬੜਾ ਜ਼ੁਲਮ ਹੋਇਆ। ਖੁੱਲਾ ਪੈਗਾਮ ਦੇਣਾ ਨਾ, ਅਗਰ ਕੋਈ ਬੰਦਾ ਵੀ ਆ ਕੇ ਕਹੇ ਕੋਈ ਮੇਰੇ ਵਿੱਚ ਗਲਤੀ ਕੱਢੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰੇ, ਸਾਹਮਣੇ ਆ ਜਾਏ ਨਾ, ਅਕਸਰ ਸਲੈਂਡਰ ਕਰੇ ਆਪਣੇ ਆਪ ਨੂੰ। ਅੱਛਾ ਮੇਰੀ ਇੱਕ ਗੱਲ ਸੁਣੋ, ਤੁਹਾਨੂੰ ਇਸ ਗੱਲ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਅਗਰ ਮੈਂ ਖੁਫੀਆ ਤੌਰ ਤੇ ਆਪਣੇ ਕਿਸੇ ਬੰਦੇ ਨੂੰ, ਨੁਮਾਇੰਦੇ ਨੂੰ, ਰਿਪੋਰਟਰ ਨੂੰ ਉੱਥੇ ਭੇਜਾਂ ਬੜੀ ਜ਼ਿੰਮੇਦਾਰੀ ਦੇ ਨਾਲ, ਉਹ ਤੁਹਾਡੇ ਇਲਾਕੇ 'ਚ ਆ ਕੇ ਲੋਕਾਂ ਨੂੰ ਜਿਹੜਾ ਨਾ, ਦੁਕਾਨਦਾਰਾਂ ਨੂੰ, ਨਾਈਆਂ ਨੂੰ, ਕਿਉਂਕਿ ਇਹਨਾਂ ਲੋਕਾਂ ਨੂੰ ਬੜਾ ਪਤਾ ਹੁੰਦਾ ਇਸ ਚੀਜ਼ ਦਾ ਨਾ, ਇਹਨਾਂ ਲੋਕਾਂ ਨੂੰ ਅਗਰ ਉਹ ਬਿਆਨ ਲਵੇ ਉਹਨਾਂ ਦੇ, ਤੇ ਤੁਹਾਨੂੰ ਇਸ ਚੀਜ਼ ਕੋਈ ਇਤਰਾਜ਼ ਤਾਂ ਨਹੀਂ ਹੈਗਾ? ਨਹੀਂ ਚੋਈ ਸਾਹਿਬ, ਮੈਨੂੰ ਕੋਈ ਇਤਰਾਜ਼ ਨਹੀਂ, ਕੋਈ ਇੱਕ ਜ਼ਿਲ੍ਹੇ ਦਾ ਇਤਰਾਜ਼ ਨਹੀਂ, ਪੂਰੇ ਇਲਾਕੇ 'ਚ ਆ ਕੇ ਜਿਹੜਾ ਨਹੀਂ ਖੁਫੀਆ ਤੌਰ ਤੇ ਆਪਣੀ ਖਬਰ ਲੈ ਕੇ ਜਾ ਸਕਦਾ। ਅੱਛਾ, ਮੈਂ ਨਾ ਇੱਕ ਹੋਰ ਗੱਲ ਤੁਹਾਡੇ ਕੋਲ ਇਜਾਜ਼ਤ ਲੈਣੀ ਚਾਹੁੰਦਾ ਵਾਂ, ਇਖਲਾਕਨ। ਉਹਦੀ ਵਜ੍ਹਾ ਹੈਗੀ ਕਿਉਂਕਿ ਤੁਹਾਡੇ ਨਾਲ ਜ਼ੁਲਮ ਬਹੁਤ ਜ਼ਿਆਦਾ ਹੋਇਆ ਹੈ, ਤੁਹਾਡੇ ਖਾਨਦਾਨ ਦੇ 9 ਅਫਰਾਦ ਜਿਹੜੇ ਨੇ ਉਹ ਦੁਨੀਆ ਤੋਂ ਕਬਲ ਅਜ਼ ਵਕਤ ਚਲੇ ਗਏ ਨੇ। ਲੇਕਿਨ ਇੱਕ ਅਗਰ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨੀ ਚਾਹਾਂ ਕਿ ਉਹ ਅਖਤਰ ਗੁੱਜਰ ਅਗਰ ਮੇਰੇ ਚੈਨਲ ਤੇ ਆਪਣਾ ਬਿਆਨ ਦੇਣਾ ਚਾਹਵੇ ਜਾਂ ਉਹ ਕਹਿਣਾ ਚਾਹਵੇ ਕਿ ਮੇਰੇ ਨਾਲ ਕੀ ਹੋਇਆ, ਅਗਰ ਉਹਦਾ ਪ੍ਰੋਗਰਾਮ ਅਸੀਂ ਚਲਾ ਦਈਏ, ਤੁਹਾਨੂੰ ਤੇ ਕੋਈ ਇਤਰਾਜ਼ ਨਹੀਂ ਹੈਗਾ? ਕੋਈ ਇਤਰਾਜ਼ ਨਹੀਂ ਸਰ, ਬਿਲਕੁਲ। ਚਲੋ ਮੇਰੇ ਸਾਹਮਣੇ ਆ ਗਿਆ, ਚਲੋ ਇਹ ਸਾਰੀ ਦੁਨੀਆ ਸੁਣਦੀ ਪਈ ਹੈ। ਅਗਰ ਮੇਰੇ ਇਸ ਪ੍ਰੋਗਰਾਮ ਤੋਂ ਬਾਅਦ ਵੀ ਅਖਤਰ ਗੁੱਜਰ ਨੇ ਸਾਡੇ ਚੈਨਲ ਤੇ ਆਪਣਾ ਕੋਈ ਪੈਗਾਮ ਨਾ ਦਿੱਤਾ, ਤੇ ਮੇਰਾ ਤੁਹਾਡੇ ਨਾਲ ਵਾਅਦਾ ਜੇ ਮੈਂ ਖੁੱਲ੍ਹ ਖਿਲਾ ਕੇ ਤੁਹਾਡੇ ਨਾਲ ਹੋਵਾਂਗਾ, ਇਹ ਮੇਰਾ ਤੁਹਾਡੇ ਨਾਲ ਵਾਅਦਾ ਜੇ। ਤੇ ਜੇ ਉਹ ਕੋਈ ਮੌਕਫ ਦੇਣਾ ਚਾਹੁੰਦਾ ਹੈ, ਬਿਲਕੁਲ ਆਵੇ। ਮੈਂ ਦੇਖੋ ਨਾ, ਮੇਰੀ ਗੱਲ ਸੁਣੋ, ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਜੇ ਉਹ ਹੁਣ ਇਸ ਪ੍ਰੋਗਰਾਮ ਤੋਂ ਬਾਅਦ ਵੀ 72 ਘੰਟੇ 3 ਦਿਨਾਂ ਦੇ ਅੰਦਰ ਅੰਦਰ ਮੇਰੇ ਨਾਲ ਉਹਨਾਂ ਨੇ ਰਾਬਤਾ ਨਾ ਕੀਤਾ, ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ, ਸਾਰੀ ਦੁਨੀਆ ਕੋਲ ਮੇਰਾ ਨੰਬਰ ਹੈ, ਉਹਨਾਂ ਦੇ ਭਤੀਜੇ ਨੇ ਅਗਰ ਮੇਰੇ ਨਾਲ ਰਾਬਤਾ ਕੀਤਾ ਹੈ ਤਾਂ ਜ਼ਾਹਿਰ ਨੰਬਰ ਲੈ ਕੇ ਕੀਤਾ ਨਾ, ਤੇ ਮੈਂ ਤਾਂ ਉਹਦਾ ਮੌਕਫ ਹੀ ਲਾਤਾ, ਕੋਈ ਗੱਲ ਨਹੀਂ ਕੱਟੀ। ਤੇ ਲਿਹਾਜ਼ਾ ਮੈਂ ਚਾਹੁੰਦਾ ਵਾਂ ਇੱਕ ਦਫਾ ਮੈਂ ਉਹਦੀ ਆਵਾਜ਼ ਤੇ ਸੁਣਾ ਕਿ ਉਹਦੀ ਆਵਾਜ਼ ਕੀ ਹੈ, ਕੋਈ ਦਰਿੰਦਗੀ ਹੈ, ਕੋਈ ਇਨਸਾਨੀਅਤ ਹੈ, ਉਹ ਮਜ਼ਲੂਮ ਲੱਗਦਾ ਹੈ ਕਿ ਜ਼ਾਲਮ ਲੱਗਦਾ ਹੈ, ਅਲਫਾਜ਼ ਤੋਂ ਬੰਦਾ ਫੜਿਆ ਜਾਂਦਾ ਹੁੰਦਾ ਹੈ। ਤੇ ਮੈਂ ਉਹਦੇ ਰਿਸ਼ਤੇਦਾਰਾਂ ਨੂੰ ਇੱਕ ਦੋ ਨੂੰ ਕਿਹਾ ਜਿਨ੍ਹਾਂ ਦੇ ਨੰਬਰ ਮੇਰੇ ਕੋਲ ਨੇ, ਮੈਂ ਕਿਹਾ ਯਾਰ ਉਹਨੂੰ ਕਹੋ ਤੂੰ ਪੇਸ਼ ਨਾ ਹੋ, ਤੇ ਮੌਕਫ ਦੇਣ 'ਚ ਕੀ ਅਰਜ਼ੇ। ਤੇ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਐਤਕੀ ਮੌਕਫ ਦੇਗਾ ਕਿ ਵਜ੍ਹਾ ਕੀ, ਕਿਉਂ ਪੇਸ਼ ਨਹੀਂ ਹੋ ਰਿਹਾ, ਕਿਉਂ ਨਸਿਆ ਭੱਜਿਆ ਫਿਰਦਾ ਹੈ। ਜੇ ਉਹ ਕਹਿੰਦਾ ਮੇਰੇ ਨਾਲ ਜ਼ੁਲਮ ਹੋਇਆ ਤੇ ਆ ਕੇ ਅਦਾਰੇ ਨੂੰ ਦੱਸੇ, ਐਸਪੀ ਸਾਹਿਬ ਜਿਹੜੇ ਉੱਥੇ ਇਨਵੈਸਟੀਗੇਸ਼ਨ, ਮੇਰੇ ਨਾਲ ਇਹ ਜ਼ੁਲਮ ਹੋਇਆ। ਬਿਲਕੁਲ ਸਹੀ ਗੱਲ ਹੈ, ਪੁਲਿਸ ਨੂੰ ਆ ਕੇ ਦੱਸੇ ਕਿ ਭਾਈ ਮੇਰੇ ਨਾਲ। ਤੁਹਾਨੂੰ ਮੇਰੀ ਗੱਲ ਸੁਣੋ, ਜੁਰਮ ਦਾ ਤੇ ਤੁਹਾਨੂੰ ਉੱਥੇ ਚੀਜ਼ ਪਤਾ ਲੱਗ ਜਾਣਾ ਚਾਹੀਦਾ, ਜਿਸ ਤਰ੍ਹਾਂ ਸਬਰ ਨੇ ਤੁਹਾਨੂੰ ਆਖਿਆ ਕਿ ਇਹਨਾਂ ਨੇ ਸਾਨੂੰ ਨਿਆਂ ਦੇ ਦਿੱਤਾ ਸੀ ਥਾਣੇ ਵਿੱਚ, ਕਿ ਅਸੀਂ ਨਾ ਉਹਦੇ ਬੱਚੇ ਦੇ ਨੂੰ ਮਾਰਨ ਵਿੱਚ, ਨਾ ਸਾਡਾ ਸਲਾਹ, ਨਾ ਮਸ਼ਵਰਾ, ਨਾ ਚੰਗੀ ਨਾ ਮਾੜੀ। ਰਾਸਬ ਭਾਈ ਗੱਲ ਮੈਨੂੰ ਹੋਰ ਦੱਸਣਾ, ਤੁਹਾਡੀ ਕੋਈ ਸੁਲ੍ਹਾ ਹੋਈ ਸੀ ਮਸਜਿਦ ਜਿਹੜੀ ਉਸ ਤੋਂ ਬਾਅਦ ਫਿਰ ਵਿਗੜ ਗਈ? ਜੀ ਇਹਦੇ ਨਾਲ ਹੋਈ ਸੀ ਪਹਿਲਾਂ। ਅੱਛਾ, ਉਹ ਕੀ ਪਹਿਲਾਂ ਜਿਹੜੇ ਮੇਰੇ ਭਾਈ ਕਤਲ ਹੋਏ ਨਾ, ਉਸ ਤੋਂ ਪਹਿਲਾਂ ਹੋਈ ਸੀ। ਅੱਛਾ, ਉਹ ਸੁਲ੍ਹਾ ਹੋਈ ਸੀ ਤੇ ਫਿਰ ਵਿਗੜੀ ਕਿਉਂ, ਕੀ ਵਜ੍ਹਾ ਹੋਈ ਸੀ? ਉਹ ਮੇਰੇ ਮਾਮੂ ਦਾ ਜਿਹੜਾ ਨਾ ਜਿਹੜਾ ਬੱਚਾ ਹੈ ਨਾ, ਜਿਹੜਾ ਕਹਿੰਦਾ ਮੇਰਾ ਪੈਰਾਲਾਈਜ਼ ਹੋ ਗਿਆ, ਡੈਂਜ ਹੋ ਗਿਆ, ਜਿਹੜਾ ਨਾਲ ਸੋਣਾ ਜੀ ਉਹਦੇ ਨਾਲ ਜਿਹੜੀ ਹੈ ਨਾ ਬਣੀ ਇਹਨਾਂ ਦੀ ਬਗਾਵਤ। ਉਹਨਾਂ ਨੇ ਪਰਚਾ ਕਰਾਇਆ ਤੇ ਇਸਨੇ ਉੱਥੇ ਕੁਰਾਨ ਤੇ ਜਿਹੜੀ ਹੈ ਨਾ ਆਖਿਆ ਸੀ ਮੈਂ ਇਸ ਤੋਂ ਜਿਹੜਾ ਨਹੀਂ ਬਿਲਕੁਲ ਤੁਹਾਡੇ ਨਾਲ ਕੋਈ ਅੱਗਾ ਪਿੱਛਾ ਨਹੀਂ ਕਰ ਲਗਾ। ਲੇਕਿਨ ਇਹਨਾਂ ਚੀਜ਼ਾਂ ਦਾ ਨਹੀਂ ਹੈ, ਤੇ ਸਾਹਿਬ ਮਹਿਰਾਂ ਨੂੰ ਨਹੀਂ ਨਿਆਂ ਦਿੱਤਾ। ਸਹੀ ਗੱਲ ਹੈ ਉੱਥੇ ਵੀ ਇਹਨਾਂ ਨੇ ਫਿਰ ਉਹੀ ਕੀਤਾ। ਸਹੀ, ਯਾਨੀ ਟੋਟਲ ਇਹ ਅਖਤਰ ਗੁੱਜਰ ਦੇ ਅਸਮ 14 ਕਤਲ ਨੇ। 14 ਇਹ ਜਿਹੜੀ ਤੁਸੀਂ FIR ਸਾਨੂੰ ਭੇਜੀਆਂ ਨੇ, ਇਹ ਸਾਰੀਆਂ FIR ਦੇ ਵਿੱਚੋਂ ਨਾਮਜ਼ਦ ਹੈ? ਸਾਹਿਬ ਤੁਹਾਨੂੰ ਮੈਂ FIR ਭੇਜੀਆਂ ਨੇ, ਤੁਹਾਨੂੰ FIR ਸਾਰਾ ਕੁਝ ਦੱਸ ਦੇਣਗੀਆਂ। ਅੱਛਾ, ਨਾਮਜ਼ਦ ਤਾਂ ਜਾਂ ਨਹੀਂ ਨਾਮਜ਼ਦ, ਕੋਈ ਇੱਕ ਵੀ ਝੂਠੀ ਹੋਵੇ ਨਾ ਇਹਦੇ ਤੇ ਸਾਹਮਣੇ ਆ ਜਾ, ਮੰਗਰੇ ਆਮ ਤੇ ਆਵੇ ਕਿ ਮੇਰੇ ਤੇ ਝੂਠੀ ਵੀ। ਆਹ ਜ਼ਾਹਿਰ ਹੈ ਕਿ ਇੱਕ ਬੰਦਾ ਅਗਰ ਬੇਗੁਨਾਹ, ਉਹ ਕਹਿੰਦਾ ਮੈਂ, ਸਾਨੂੰ ਪਤਾ ਲੱਗ ਰਿਹਾ, ਉਹਦੇ ਭਤੀਜੇ ਵਗੈਰਾ ਕਹਿ ਰਹੇ ਨੇ ਜੀ ਉਹ ਜਿਹੜਾ ਨਾ ਜ਼ੁਲਮ ਉਹਦੇ ਨਾਲ ਬੜਾ ਹੋਇਆ, ਤੇ ਅਗਰ ਜ਼ੁਲਮ ਹੋਇਆ ਤੇ ਆ ਕੇ ਦੱਸੇ ਨਾ ਅਦਾਰਿਆਂ ਨੂੰ, ਆਪਣੀ ਜ਼ਮਾਨਤ ਕਰਵਾਵੇ,
ਜ਼ਮਾਨਤ ਕਰਾ ਕੇ ਅਦਾਲਤਾਂ 'ਚ ਪੇਸ਼ ਹੋਵੇ, ਸ਼ਾਮਲੇ ਤਫਤੀਸ਼ ਹੋਵੇ, ਪੁਲਿਸ ਨੂੰ ਆਪਣਾ ਬਿਆਨ ਦੇਵੇ, ਤੁਹਾਡੇ ਸਾਹਮਣੇ ਬਿਲ ਮੁਸ਼ਾਫਾ ਹਲਫ ਹੋਵੇ, ਕੁਰਾਨ ਪਾਕ ਤੇ ਨਿਆਂ ਹੋਵੇ, ਪਤਾ ਲੱਗੇ ਗੱਲ ਦਾ ਕਿ ਅਸਲ ਕਾਤਲ ਕੌਣ ਹੈ, ਅਸਲ ਦਰਿੰਦਾ ਕੌਣ ਹੈ ਇਸ ਦੁਸ਼ਮਣੀ 'ਚ। ਗੱਲ ਸਮਝੋਗੇ ਨਹੀਂ? ਜੀ ਬਿਲਕੁਲ ਸਾਹਮਣੇ ਆ ਕੇ ਸਾਰਾ ਦੱਸੇਗਾ ਮੇਰੇ ਨਾਲ ਇਹ ਜੁਰਮ ਹੋਇਆ। ਤੇ ਤੁਸੀਂ ਹੁਣ ਮਰੀਮ ਨਵਾਜ਼ ਤੇ ਆਈਜੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡਾ ਕੋਈ ਨੁਕਸਾਨ ਹੋਗਾ ਤਾਂ ਜ਼ਿੰਮੇਦਾਰ ਇਹ ਹੋਏਗਾ ਅਖਤਰ ਗੁਜਰ? ਜੀ ਬਿਲਕੁਲ। ਹੋਰ ਇਸ ਤੋਂ ਇਲਾਵਾ ਕਿਸੇ ਵੀ ਖਾਨਦਾਨ ਦੇ ਕਿਸੇ ਬੰਦੇ ਦਾ ਵੀ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿਹੜਾ ਨਾ ਜ਼ਿੰਮੇਦਾਰ ਜਿਹੜਾ ਨਾ ਅਖਤਰ ਗੁਜਰ ਹੋਵੇਗਾ। ਹੋਰ ਇਸ ਤੋਂ ਇਲਾਵਾ ਹਕੂਮਤ ਨੂੰ ਤੁਸੀਂ ਕੋਈ ਅਪੀਲ ਕਰਨੀ ਚਾਹੁੰਦੇ ਹੋ? ਮੇਰਾ ਖਿਆਲ ਹੈ ਸਾਡਾ 10ਵਾਂ 15ਵਾਂ ਪ੍ਰੋਗਰਾਮ ਲੱਗਣ ਲੱਗਾ ਹੈ ਤੇ ਮੈਂ ਹੈਰਾਨ ਹਾਂ ਕਿ ਹਕੂਮਤ ਦੇ ਗਵਰਨਮੈਂਟ ਦੇ ਕੰਨ ਤੇ ਅਜੇ ਤੱਕ ਜੂੰ ਕਿਉਂ ਨਹੀਂ ਰਿੰਗਦੀ ਪਈ। ਹਾਲਾਂਕਿ ਅਸੀਂ ਦੋਨਾਂ ਪਾਰਟੀਆਂ ਦਾ ਮੌਕਾ दूसरी दफा ਤੁਹਾਨੂੰ ਇਹ ਕਹਿਣ ਲੱਗਾ ਕਿ ਅਗਰ ਮੁਹਤਰਮ ਮਰੀਮ ਨਵਾਜ਼ ਸਾਹਿਬ ਇਸ ਗੱਲ ਦਾ ਨੋਟਿਸ ਲੈਣ ਨਾ 24 ਘੰਟਿਆਂ ਦੇ 24 ਘੰਟੇ ਨਹੀਂ ਅਖਤਰ ਗੁਜਰ ਕਰ ਸਕਦਾ। ਲੋ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਮੇਰਾ ਤੁਹਾਡਾ ਵਾਅਦਾ ਜੇ ਐਤਕੀ ਮੈਂ ਜਿੰਨੇ ਵੀ ਸਾਡੇ ਕੋਲ ਸਿਆਸਤਦਾਨਾਂ ਦੇ ਨੰਬਰ ਨੇ ਨਾ ਮੈਂ ਉਹਨਾਂ ਸਭ ਦੇ ਗਰੁੱਪਾਂ 'ਚ ਇਹਨੂੰ ਮੈਂ ਆਪਣਾ ਲਿੰਕ ਸ਼ੇਅਰ ਕਰਾਂਗਾ। ਤਮਾਮ ਸੋਸ਼ਲ ਮੀਡੀਆ ਦੇ ਗਰੁੱਪਾਂ 'ਚ ਇਸ ਲਿੰਕ ਨੂੰ ਪਾਵਾਂਗਾ। ਇਨਸ਼ਾਅੱਲਾ ਤਾਲਾ ਸਾਡੀ ਆਵਾਜ਼ ਜਿਹੜੀ ਨਾ ਜੋ ਅਸੀਂ ਤੁਹਾਡਾ ਬਿਆਨ ਲੈ ਰਹੇ ਹਾਂ, ਜੋ ਤੁਸੀਂ ਆਪਣਾ ਮੌਕਫ ਦੇ ਰਹੇ ਹੋ, ਇਹ ਮਰੀਮ ਨਵਾਜ਼ ਸਾਹਿਬਾ ਤੱਕ ਐਤਕੀ ਮੈਂ ਪਹੁੰਚਾ ਕੇ ਛੱਡਾਂਗਾ। ਮੇਰਾ ਤੁਹਾਡੇ ਨਾਲ ਵਾਅਦਾ ਜੇ। ਠੀਕ ਹੈ ਜਨਾਬ? ਜੀ ਜੀ ਮਿਹਰਬਾਨੀ। ਚਲੋ ਬਹੁਤ ਮਿਹਰਬਾਨੀ ਜੀ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।